ਓਮ ਸ਼ਾਂਤੀ। ਅੱਜ ਸੁਣਦੇ ਹਾਂ 11 ਜੂਨ 2022 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਬ੍ਰਾਹਮਣ ਬਣ ਕੇ ਕੋਈ ਐਜੀ ਚਲਨ ਨਹੀਂ ਚੱਲਣਾ ਜੋ ਬਾਪ ਦਾ ਨਾਂ ਬਦਨਾਮ ਹੋਵੇ। ਧੰਦਾਦੋਰੀ ਕਰਦੇ ਸਿਰਫ ਸ਼੍ਰੀਮਤ ਤੇ ਚੱਲਦੇ ਰਹੋ। ਪ੍ਰਸ਼ਨ ਹੈ, ਗੋਡਲੀ ਸਟੂਡੈਂਟ ਦੇ ਮੂੰਹ ਤੋਂ ਕਿਹੜੇ ਸ਼ਬਦ ਨਹੀਂ ਨਿਕਲਣੇ ਚਾਹੀਦੇ? ਗੋਡਲੀ ਸਟੂਡੈਂਟ ਦੇ ਮੂੰਹ ਤੋਂ ਕਿਹੜੇ ਸ਼ਬਦ ਨਹੀਂ ਨਿਕਲਣੇ ਚਾਹੀਦੇ? ਉੱਤਰ, ਸਾਨੂੰ ਪੜ੍ਹਾਈ ਪੜ੍ਹਨ ਦੀ ਫੁਰਸਤ ਨਹੀਂ। ਇਹ ਸ਼ਬਦ ਤੁਹਾਡੇ ਮੂੰਹ ਤੋਂ ਨਹੀਂ ਨਿਕਲਣੇ ਚਾਹੀਦੇ। ਬਾਪ ਕੋਈ ਬੱਚਿਆਂ ਦੇ ਸਿਰ ਤੇ ਆਪਦਾ ਨਹੀਂ ਪਾਉਂਦੇ, ਕੋਈ ਬੋਝ ਨਹੀਂ ਪਾਉਂਦੇ, ਸਮੱਸਿਆ ਨਹੀਂ ਪਾਉਂਦੇ। ਸਿਰਫ ਕਹਿੰਦੇ ਨੇ ਸਵੇਰੇ ਸਵੇਰੇ ਉੱਠ, ਇੱਕ ਘੜੀ ਆਧੀ ਘੜੀ ਸਿਰਫ ਮੈਨੂੰ ਯਾਦ ਕਰੋ ਤੇ ਪੜ੍ਹਾਈ ਪੜ੍ਹੋ। ਦੂਜਾ ਪ੍ਰਸ਼ਨ, ਮਨੁੱਖਾਂ ਦਾ ਪਲਾਨ ਕੀ ਹੈ ਤੇ ਬਾਪ ਦਾ ਪਲਾਨ ਕੀ ਹੈ? ਮਨੁੱਖਾਂ ਦੀ ਯੋਜਨਾ ਕੀ ਤੇ ਬਾਪ ਦੀ ਯੋਜਨਾ ਕੀ? ਉੱਤਰ, ਮਨੁੱਖਾਂ ਦਾ ਪਲਾਨ ਹੈ ਸਭ ਮਿਲ ਕੇ ਇੱਕ ਹੋ ਜਾਏ। ਨਰ ਚਾਹਤ ਕੁਝ ਔਰ, ਭਈ ਔਰ ਦੀ ਔਰ। ਬਾਪ ਦਾ ਪਲਾਨ ਹੈ ਝੂਠਖੰਡ ਨੂੰ ਸੱਚਖੰਡ ਬਣਾਉਣਾ। ਸੱਚਖੰਡ ਵਿੱਚ ਚੱਲਣ ਦੇ ਲਈ ਜ਼ਰੂਰ ਸੱਚਾ ਬਣਨਾ ਪਵੇ। ਗੀਤ ਹੈ, ਆਜ ਕੇ ਇਨਸਾਨ ਕੋ ਕਿਆ ਹੋ ਰਹਾ ਹੈ। ਓਮ ਸ਼ਾਂਤੀ। ਬੱਚੇ ਵੀ ਕਹਿੰਦੇ ਨੇ ਓਮ ਸ਼ਾਂਤੀ। ਆਤਮਾਵਾਂ ਕਹਿ ਸਕਦੀਆਂ ਨੇ ਇਸ ਸਰੀਰ ਦੁਆਰਾ ਓਮ ਸ਼ਾਂਤੀ। ਅਹਿਮ ਆਤਮਾ ਦਾ ਸਵਧਰਮ ਹੈ ਸ਼ਾਂਤੀ, ਇਹ ਭੁੱਲਣਾ ਨਹੀਂ। ਬਾਪ ਆ ਕੇ ਕਹਿੰਦੇ ਨੇ ਓਮ ਸ਼ਾਂਤੀ। ਜਿੱਥੇ ਤੁਸੀਂ ਬੱਚੇ ਵੀ ਸ਼ਾਂਤ ਰਹਿੰਦੇ ਹੋ, ਬਾਪ ਵੀ ਰਹਿੰਦੇ ਨੇ। ਉਹ ਹੈ ਸਾਡਾ ਸ਼ਾਂਤੀ ਧਾਮ ਘਰ। ਦੁਨੀਆ ਵਿੱਚ ਕੋਈ ਵੀ ਵਿਦਵਾਨ ਆਚਾਰਿਆ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ। ਕਹਿ ਦਿੰਦੇ ਆਤਮਾ ਸੋ ਪਰਮਾਤਮਾ। ਆਤਮਾ ਦਾ ਕਿਸੇ ਨੂੰ ਗਿਆਨ ਨਹੀਂ। ਆਤਮਾ ਕੀ ਹੈ? ਐਨੀਆਂ ਕਰੋੜ ਆਤਮਾਵਾਂ ਸਟਾਰ ਮਿਸਲ ਨੇ। ਹਰ ਆਤਮਾ ਵਿੱਚ ਆਪਣਾ ਆਪਣਾ ਅਵਿਨਾਸ਼ੀ ਪਾਠ ਨੂੰਦਿਆ ਹੋਇਆ ਹੈ ਜੋ ਸਮੇਂ ਤੇ ਮਰਜ ਹੁੰਦਾ ਹੈ। ਬਾਪ ਬੈਠ ਸਭ ਗੱਲਾਂ ਸਮਝਾਉਂਦੇ ਨੇ। ਬਾਪ ਵੀ ਜੀਵ ਆਤਮਾ ਬਣਨ ਬਿਗਰ ਜੀਵ ਆਤਮਾਵਾਂ ਨੂੰ ਸਮਝਾ ਨਾ ਸਕਣ। ਮੈਨੂੰ ਵੀ ਸਰੀਰ ਚਾਹੀਦਾ ਹੈ ਨਾ। ਸਰੀਰ ਉਦੋਂ ਲੈਣਾ ਹੁੰਦਾ ਹੈ ਜਦੋਂ ਰਚਨਾ ਰਚਨੀ ਹੁੰਦੀ ਹੈ। ਪ੍ਰਜਾਪਿਤਾ ਬ੍ਰਹਮਾ ਦੁਆਰਾ ਰਚਨਾ ਕਰਦੇ ਨੇ। ਰਚਤਾ ਇੱਕ ਨਿਰਾਕਾਰ ਸ਼ਿਵ ਹੈ। ਪ੍ਰਜਾਪਿਤਾ ਬ੍ਰਹਮਾ ਦੁਆਰਾ ਬ੍ਰਹਮਾ ਕੁਮਾਰ ਕੁਮਾਰੀਆਂ ਨੂੰ ਸਮਝਾ ਰਹੇ ਨੇ, ਸ਼ੂਦਰਾਂ ਨੂੰ ਨਹੀਂ। ਇਹ ਹੈ ਸਾਡਾ ਬ੍ਰਾਹਮਣ ਵਰਨ। ਪਹਿਲੇ ਸ਼ੂਦਰ ਵਰਨ ਵਿੱਚ ਸੀ, ਉਸ ਤੋਂ ਅੱਗੇ ਵੈਸ਼ਯ ਵਰਨ, ਸ਼ਤਰੀय ਵਰਨ। ਦੁਨੀਆ ਇਨ ਗੱਲਾਂ ਨੂੰ ਨਹੀਂ ਜਾਣਦੀ। ਬਰੋਬਰ ਬ੍ਰਾਹਮਣ ਸੋ ਦੇਵਤਾ, ਫਿਰ ਸ਼ਤਰੀय, ਵੈਸ਼ਯ, ਸ਼ੂਦਰ। ਬ੍ਰਾਹਮਣਾਂ ਦੀ ਚੋਟੀ ਹੈ। ਅੱਗੇ ਬ੍ਰਾਹਮਣ ਗਊ ਦੇ ਖੁਰ ਜਿੰਨੀ ਚੋਟੀ ਰਖਾਂਦੇ ਸੀ। ਤੁਸੀਂ ਬਾਜੋਲੀ ਖੇਲਦੇ ਹੋ ਨਾ, ਮੈਂ ਤਾਂ ਨਹੀਂ ਖੇਲਦਾ। ਇਹਨਾਂ ਵਰਨਾਂ ਦੇ ਚੱਕਰ ਵਿੱਚ ਤੁਸੀਂ ਆਂਦੇ ਹੋ। ਕਿੰਨੀ ਸਹਿਜ ਗੱਲ ਹੈ। ਤੁਹਾਡਾ ਨਾਂ ਹੀ ਹੈ ਸਵਦਰਸ਼ਨ ਚੱਕਰਧਾਰੀ। ਬਾਕੀ ਸ਼ਾਸਤਰਾਂ ਵਿੱਚ ਕੀ ਕੀ ਗੱਲਾਂ ਲਿਖ ਦਿੱਤੀਆਂ ਤੁਸੀਂ ਸਮਝਦੇ ਹੋ। ਅਸੀਂ ਬ੍ਰਾਹਮਣ ਹੀ ਸਵਦਰਸ਼ਨ ਚੱਕਰਧਾਰੀ ਬੰਦੇ ਹਾਂ, ਪਰੰਤੂ ਇਹ ਅਲੰਕਾਰਾਂ ਦੀ ਨਿਸ਼ਾਨੀ ਦੇਵਤਾਵਾਂ ਨੂੰ ਦੇ ਦਿੱਤੀ ਕਿਉਂਕਿ ਉਹ ਸੰਪੂਰਨ ਨੇ। ਉਹਨਾਂ ਨੂੰ ਹੀ ਸ਼ੋਭਦੇ ਨੇ। ਇਸ ਨਾਲੇਜ ਨੂੰ ਧਾਰਨ ਕਰਨ ਨਾਲ ਤੁਸੀਂ ਚੱਕਰਵਰਤੀ ਰਾਜਾ ਬਣਦੇ ਹੋ। ਹੁਣ ਸਨਮੁਖ ਬੈਠੇ ਹੋ। ਇਹ ਹੈ ਰੁਦਰ ਗਿਆਨ ਯੱਗ। ਯੱਗ ਵਿੱਚ ਬ੍ਰਾਹਮਣ ਜ਼ਰੂਰ ਚਾਹੀਦੇ ਨੇ। ਸ਼ੂਦਰ ਯੱਗ ਰਚ ਨਹੀਂ ਸਕਦੇ। ਰੁਦਰ ਸ਼ਿਵ ਬਾਬਾ ਨੇ ਯੱਗ ਰਚਿਆ ਹੈ ਤਾਂ ਬ੍ਰਾਹਮਣ ਜ਼ਰੂਰ ਚਾਹੀਦੇ ਨੇ। ਬਾਪ ਕਹਿੰਦੇ ਨੇ ਮੈਂ ਬ੍ਰਾਹਮਣ ਬੱਚਿਆਂ ਨਾਲ ਹੀ ਗੱਲ ਕਰਦਾ ਹਾਂ। ਕਿੰਨਾ ਵੱਡਾ ਯੱਗ ਹੈ। ਜਦ ਤੋਂ ਬਾਪ ਆਏ ਆਂਦੇ ਹੀ ਯੱਗ ਰਚਿਆ। ਇਸ ਨੂੰ ਕਿਹਾ ਜਾਂਦਾ ਹੈ ਅਸ਼ਵਮੇਘ, ਅਰਥਾਤ ਸਵਰਾਜ ਸਥਾਪਨ ਕਰਨ। ਅਰਥ ਕਿੱਥੇ? ਭਾਰਤ ਵਿੱਚ। ਸਤਯੁਗੀ ਸਵਰਾਜ ਰਚਦੇ ਨੇ। ਇਹ ਸ਼ਿਵ ਗਿਆਨ ਯੱਗ ਕਹੋ, ਰੁਦਰ ਗਿਆਨ ਯੱਗ ਕਹੋ,
ਸੋਮਨਾਥ ਮੰਦਰ ਵੀ ਉਹਨਾਂ ਦਾ ਹੀ ਹੈ। ਇੱਕ ਦੇ ਬਹੁਤ ਨਾਮ ਨੇ। ਇਸ ਨੂੰ ਯੱਗ ਕਿਹਾ ਜਾਂਦਾ ਹੈ, ਪਾਠਸ਼ਾਲਾ ਨਹੀਂ ਕਿਹਾ ਜਾਂਦਾ। ਬਾਪ ਨੇ ਰੁਦਰ ਗਿਆਨ ਯੱਗ ਰਚਿਆ। ਯੱਗ ਨੂੰ ਪਾਠਸ਼ਾਲਾ ਨਹੀਂ ਕਹਾਂਗੇ। ਬ੍ਰਾਹਮਣਾਂ ਦੁਆਰਾ ਯੱਗ ਰਚਿਆ ਜਾਂਦਾ ਹੈ। ਬ੍ਰਾਹਮਣਾਂ ਨੂੰ ਦੀਕਸ਼ਾ ਦੇਣ ਵਾਲਾ ਦਾਤਾ ਭੋਲਾਨਾਥ ਹੈ। ਉਹਨਾਂ ਨੂੰ ਕਹਿੰਦੇ ਨੇ ਸ਼ਿਵ ਭੋਲਾਨਾਥ ਭੰਡਾਰੀ। ਹੁਣ ਤੁਸੀਂ ਸਾਹਮਣੇ ਬੈਠੇ ਹੋ। ਬਾਪ ਦਾਦਾ ਨੇ ਬੱਚਿਆਂ ਨੂੰ ਅਡੋਪਟ ਕੀਤਾ ਹੈ। ਇਹ ਹੈ ਵੱਡੀ ਮੰਮਾ। ਫਿਰ ਮਾਤਾਵਾਂ ਨੂੰ ਸੰਭਾਲ ਦੇ ਲਈ ਮੰਮਾ ਮੁਕਰਰ ਕੀਤੀ ਜਾਂਦੀ ਹੈ। ਉਹ ਸਭ ਤੋਂ ਤਿੱਖੀ ਜਾਂਦੀ ਹੈ। ਇਹਨਾਂ ਦਾ ਪਾਠ ਹੈ ਮੁੱਖ। ਉਹ ਹੈ ਗਿਆਨ ਗਿਆਨੇਸ਼ਵਰੀ ਜਗਦੰਬਾ। ਮਹਾਲਕਸ਼ਮੀ ਨੂੰ ਗਿਆਨ ਗਿਆਨੇਸ਼ਵਰੀ ਨਹੀਂ ਕਹਾਂਗੇ। ਲਕਸ਼ਮੀ ਮਾਨਾ ਧਨ ਦੀ ਦੇਵੀ। ਕਹਿੰਦੇ ਨੇ ਨਾ ਇਹਨਾਂ ਦੇ ਘਰ ਲਕਸ਼ਮੀ ਹੈ, ਅਰਥਾਤ ਸੰਪत्ति ਬਹੁਤ ਹੈ। ਲਕਸ਼ਮੀ ਤੋਂ ਸੰਪत्ति ਧਨ ਹੀ ਮੰਗਦੇ ਨੇ। 12 ਮਾਸ ਪੂਰੇ ਹੋਏ ਤਾਂ ਵਾਹਨ ਕਰਨਗੇ ਦੀਵਾਲੀ ਤੇ। ਜਗਦੰਬਾ ਸਭ ਦੀ ਮਨੋਕਾਮਨਾ ਪੂਰੀ ਕਰਦੀ ਹੈ। ਬੱਚੇ ਜਾਣਦੇ ਨੇ ਜਗਤ ਅੰਬਾ ਹੈ, ਪ੍ਰਜਾਪਿਤਾ ਬ੍ਰਹਮਾ ਦੀ ਬੇਟੀ। ਉਹਨਾਂ ਦਾ ਨਾਮ ਹੈ ਸਰਸਵਤੀ। ਇੱਕ ਹੀ ਨਾਮ ਹੈ ਬਸ। ਮੰਮਾ ਹੈ, ਬੱਚੇ ਵੀ ਨੇ। ਤੁਸੀਂ ਸ਼ਿਵ ਬਾਬਾ ਦੁਆਰਾ ਨੌਲੇਜ ਸੁਣ ਰਹੇ ਹੋ। ਇਹਨਾਂ ਨੂੰ ਬਾਪ ਨੇ ਆ ਕੇ ਅਡੋਪਟ ਕੀਤਾ। ਨਾਮ ਰੱਖਿਆ ਬ੍ਰਹਮਾ। ਕਹਿੰਦੇ ਨੇ ਮੈਂ ਪਤੀ ਸਰੀਰ ਵਿੱਚ ਆਉਂਦਾ ਹਾਂ। ਸ਼ਾਸਤਰਾਂ ਵਿੱਚ ਇਹ ਕੋਈ ਗੱਲਾਂ ਨਹੀਂ ਨੇ। ਤੁਸੀਂ ਜਾਣਦੇ ਹੋ ਨਵੀਂ ਦੁਨੀਆ ਦੇ ਲਈ ਅਸੀਂ ਪੁਰਸ਼ਾਰਥ ਕਰ ਰਹੇ ਹਾਂ। ਕਾਂਟਿਆਂ ਤੋਂ ਫੁੱਲ ਬਣ ਰਹੇ ਹਾਂ। ਸ਼ੂਦਰ ਸੀ ਤਾਂ ਕਾਂਟੇ ਸੀ, ਹੁਣ ਬ੍ਰਾਹਮਣ ਫੁੱਲ ਬਣੇ ਹਾਂ। ਬ੍ਰਾਹਮਣਾਂ ਨੂੰ ਫੁੱਲ ਬਣਾਉਂਦੇ ਨੇ ਬਾਪ। ਉਹ ਹੈ ਬਾਗਵਾਨ। ਤੁਸੀਂ ਨੰਬਰਵਾਰ ਮਾਲੀ ਹੋ। ਜੋ ਚੰਗੇ ਚੰਗੇ ਮਾਲੀ ਨੇ ਉਹਨਾਂ ਨੂੰ ਵੀ ਆਪ ਸਮਾਨ ਬਣਾਉਂਦੇ ਨੇ। ਸੈਪਲਿੰਗ ਲਗਾਉਂਦੇ ਰਹਿੰਦੇ ਨੇ, ਨੰਬਰਵਾਰ ਨੇ। ਇਸ ਨੂੰ ਕਿਹਾ ਜਾਂਦਾ ਹੈ ਸਪਿਰਿਚੁਅਲ ਗਿਆਨ। ਈਸ਼ਵਰ ਹੈ ਗਿਆਨ ਦੇਣ ਵਾਲਾ। ਸ਼ਾਸਤਰ ਆਦਿ ਤਾਂ ਸਭ ਮਨੁੱਖ ਸੁਣਾਉਂਦੇ ਨੇ। ਇਹ ਰੂਹਾਨੀ ਗਿਆਨ ਜੋ ਸੁਪਰੀਮ ਰੂਹਾਂ ਨੂੰ ਦਿੰਦੇ ਨੇ। ਹੋਰ ਕੋਈ ਨੂੰ ਰਚਤਾ ਰਚਨਾ ਦਾ ਗਿਆਨ ਮਿਲਦਾ ਨਹੀਂ। ਐਵੇਂ ਹੀ ਗਪੋੜੇ ਮਾਰਦੇ ਰਹਿੰਦੇ ਨੇ। ਇਹ ਹੈ ਹੀ ਝੂਠੀ ਦੁਨੀਆ। ਸਭ ਝੂਠ ਹੀ ਝੂਠ ਹੈ। ਅਸਲ ਵਿੱਚ ਪਹਿਲੇ ਝੂਠੇ ਜਵਾਰਾਤ ਵੀ ਹੁੰਦੇ ਨਹੀਂ ਸੀ। ਹੁਣ ਤਾਂ ਕਿੰਨੇ ਝੂਠੇ ਹੋ ਗਏ ਨੇ। ਸੱਚੇ ਰੱਖਣ ਨਹੀਂ ਦਿੰਦੇ। ਝੂਠ ਖੰਡ ਵਿੱਚ ਹੈ ਰਾਵਣ ਰਾਜ। ਸੱਚਖੰਡ ਵਿੱਚ ਹੈ ਰਾਮ ਦਾ ਸਥਾਪਨ ਕੀਤਾ ਹੋਇਆ ਰਾਜ। ਇਹ ਹੈ ਸ਼ਿਵ ਬਾਬਾ ਦਾ ਸਥਾਪਨ ਕੀਤਾ ਹੋਇਆ ਯੱਗ। ਪਾਠਸ਼ਾਲਾ ਵੀ ਹੈ, ਯੱਗ ਵੀ ਹੈ, ਘਰ ਵੀ ਹੈ। ਤੁਸੀਂ ਜਾਣਦੇ ਹੋ ਅਸੀਂ ਪਾਰਲੌਕਿਕ ਬਾਪ ਤੇ ਪ੍ਰਜਾਪਿਤਾ ਬ੍ਰਹਮਾ ਦੇ ਸਨਮੁਖ ਬੈਠੇ ਹਾਂ। ਜਦੋਂ ਤੱਕ ਬ੍ਰਾਹਮਣ ਨਾ ਬਣੀਏ ਵਰਸਾ ਕਿਵੇਂ ਮਿਲ ਸਕੇਗਾ। ਯੱਗ ਨੂੰ ਸੰਭਾਲਣ ਵਾਲੇ ਸੱਚੇ ਬ੍ਰਾਹਮਣ ਚਾਹੀਦੇ ਨੇ। ਵਿਕਾਰਾਂ ਵਿੱਚ ਜਾਣ ਵਾਲਿਆਂ ਨੂੰ ਬ੍ਰਾਹਮਣ ਨਹੀਂ ਕਹਾਂਗੇ। ਇੱਕ ਲੱਤ ਰਾਵਣ ਦੀ ਬੋਟ ਵਿੱਚ, ਦੂਜੀ ਲੱਤ ਰਾਮ ਦੀ ਬੋਟ ਵਿੱਚ। ਨਤੀਜਾ ਕੀ ਹੋਏਗਾ? ਚੀਰੇ ਜਾਓਗੇ। ਅਜਿਹੀ ਚੱਲਣ ਨਾਲ ਫਿਰ ਨਾਮ ਬਦਨਾਮ ਕਰ ਦਿੰਦੇ ਨੇ। ਕਹਿਲਾਂਦੇ ਨੇ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਤੇ ਕਰਤਵ ਨੇ ਸ਼ੂਦਰਾਂ ਦੇ। ਬਾਪ ਕਹਿੰਦੇ ਨੇ ਧੰਦਾ ਤੋਰੀ ਭਲੇ ਕਰੋ, ਪਰ ਸ਼੍ਰੀਮਤ ਤੇ ਚੱਲਣ ਤੇ ਫਿਰ ਰਿਸਪੌਂਸਿਬਿਲਿਟੀ ਉਹਨਾਂ ਤੇ ਹੋ ਜਾਂਦੀ ਹੈ। ਤੁਸੀਂ ਇੱਥੇ ਆਏ ਹੋ ਈਸ਼ਵਰੀਏ ਮੱਤ ਲੈਣ ਦੇ ਲਈ। ਉਹ ਹੈ ਆਸੁਰੀ ਮੱਤ। ਤੁਸੀਂ ਸ਼੍ਰੀਮਤ ਲੈਂਦੇ ਹੋ ਸ੍ਰੇਸ਼ਟ ਬਣਨ ਦੇ ਲਈ। ਉੱਚੇ ਤੇ ਉੱਚਾ ਬਾਪ ਉੱਚੀ ਮੱਤ ਦਿੰਦੇ ਨੇ। ਤੁਸੀਂ ਜਾਣਦੇ ਹੋ ਸਾਨੂੰ ਉੱਚੀ ਮੱਤ ਮਿਲਦੀ ਹੈ ਮਨੁੱਖ ਤੋਂ ਦੇਵਤਾ ਬਣਨ ਦੀ। ਕਹਿੰਦੇ ਵੀ ਨੇ ਅਸੀਂ ਤਾਂ ਸੂਰਜਵੰਸ਼ੀ ਰਾਜਾ ਬਣਾਂਗੇ। ਇਹ ਹੈ ਹੀ ਰਾਜਸਵ, ਪ੍ਰਜਾ ਸਵ ਨਹੀਂ। ਤੁਸੀਂ ਰਾਜਾ ਰਾਣੀ ਬਣਦੇ ਹੋ, ਪ੍ਰਜਾ ਵੀ ਜ਼ਰੂਰ ਬਣਨੀ ਹੈ। ਜਿਵੇਂ ਮੰਮਾ ਬਾਬਾ ਪੁਰਸ਼ਾਰਥ ਤੋਂ ਬਣਦੇ ਨੇ, ਬੱਚਿਆਂ ਨੂੰ ਵੀ ਬਣਨਾ ਹੈ। ਤੁਸੀਂ ਬੱਚਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਸ਼ਿਵ ਬਾਬਾ ਦੇ ਪੋਤਰੇ ਪੋਤਰੀਆਂ ਹਾਂ। ਸ਼ਿਵ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਉਹ ਹੈ ਰਚਤਾ। ਸਵਰਗ ਵਿੱਚ ਰਹਿਣ ਵਾਲੇ ਨੇ ਦੇਵੀ ਦੇਵਤਾ। ਬਾਪ ਹੀ ਮਨੁੱਖ ਨੂੰ ਦੇਵਤਾ ਬਣਾਉਂਦੇ ਨੇ।
ਤੁਹਾਡੀ ਕਾਇਆ ਕਲਪ ਵ੍ਰਿਕਸ਼ ਸਮਾਨ ਬੰਦੀ ਹੈ, ਰੈਜ਼ੋਨੇਟ ਹੁੰਦੇ ਹੋ। ਤੁਹਾਡੀ ਆਤਮਾ ਜੋ ਕਾਲੀ ਹੋ ਗਈ, ਉਸ ਨੂੰ ਪਿਓਰ ਗੋਰਾ ਬਣਾਉਂਦੇ ਨੇ। ਜਦੋਂ ਸੰਪੂਰਨ ਪਵਿੱਤਰ ਬਣ ਜਾਂਦੇ ਹੋ, ਫਿਰ ਸਰੀਰ ਨਹੀਂ ਰਹਿੰਦਾ। ਇਸ ਲਈ ਭੰਬੋਰ ਨੂੰ ਆਗ ਲੱਗਦੀ ਹੈ, ਜਿਸ ਵਿੱਚ ਸਭ ਵਿਨਾਸ਼ ਹੋ ਜਾਵੇਗਾ। ਇਹ ਹੈ ਬੇਹੱਦ ਦੀਆਂ ਗੱਲਾਂ। ਇਹ ਬੇਹੱਦ ਦਾ ਆਈਲੈਂਡ ਹੈ, ਉਹ ਹੈ ਹੱਦ ਦੇ। ਜਿੰਨੀਆਂ ਭਾਸ਼ਾਵਾਂ ਉਹਨੇ ਨਾਮ ਰੱਖ ਦਿੱਤੇ, ਅਨੇਕ ਟਾਪੂ ਨੇ। ਇਹ ਸਾਰੀ ਸ੍ਰਿਸ਼ਟੀ ਹੀ ਟਾਪੂ ਹੈ। ਸਾਰੀ ਸ੍ਰਿਸ਼ਟੀ ਵਿੱਚ ਰਾਵਣ ਦਾ ਰਾਜ ਹੈ। ਗੀਤ ਵਿੱਚ ਸੁਣਿਆ ਨਾ ਕਿ ਅੱਜ ਦੇ ਇਨਸਾਨ ਦੀ ਕੀ ਹਾਲਤ ਹੋ ਗਈ ਹੈ। ਉੱਥੇ ਇੱਕ ਦੋ ਨੂੰ ਮਾਰਦੇ ਨਹੀਂ, ਉੱਥੇ ਤਾਂ ਰਾਮ ਰਾਜਾ, ਰਾਮ ਪ੍ਰਜਾ, ਰਾਮ ਸਾਹੂਕਾਰ ਕਹਿੰਦੇ ਨੇ। ਦੁੱਖ ਦੀ ਗੱਲ ਨਹੀਂ ਹੁੰਦੀ। ਕਿਸੇ ਨੂੰ ਦੁੱਖ ਦੇਣਾ ਵੀ ਪਾਪ ਹੈ। ਉੱਥੇ ਫਿਰ ਰਾਵਣ, ਹਨੂਮਾਨ ਆਦਿ ਕਿੱਥੋਂ ਆਏ? ਤੁਸੀਂ ਕਹਿ ਸਕਦੇ ਹੋ ਪਹਿਲੀ ਮੁੱਖ ਗੱਲ ਗੋਡ ਫਾਦਰ ਕਹਿੰਦੇ ਹੋ। ਉਹ ਸਰਵਵਿਆਪੀ ਕਿਵੇਂ ਹੋ ਸਕਦਾ ਹੈ? ਫਿਰ ਤਾਂ ਫਾਦਰਹੁੱਡ ਹੋ ਜਾਵੇ। ਸਭ ਫਾਦਰ ਹੀ ਫਾਦਰ ਹੋ ਨਾ ਸਕਣ। ਹੁਣ ਤੁਸੀਂ ਬੱਚਿਆਂ ਨੂੰ ਇਹ ਸਮਝਾਉਣਾ ਹੈ। ਅੱਧਾ ਕਲਪ ਤੁਸੀਂ ਝੂਠੀ ਕਮਾਈ ਕੀਤੀ, ਹੁਣ ਸੱਚਖੰਡ ਦੇ ਲਈ ਸੱਚੀ ਕਮਾਈ ਕਰਨੀ ਹੈ। ਉਹ ਵੀ ਸ਼ਾਸਤਰ ਆਦਿ ਜੋ ਸੁਣਾਉਂਦੇ ਨੇ ਕਮਾਈ ਦੇ ਲਈ। ਸ਼ਿਵ ਬਾਬਾ ਤਾਂ ਸ਼ਾਸਤਰ ਆਦਿ ਕੁਝ ਵੀ ਪੜ੍ਹਿਆ ਹੋਇਆ ਨਹੀਂ ਹੈ। ਉਹ ਤਾਂ ਹੈ ਹੀ ਨੌਲੇਜਫੁਲ, ਗਿਆਨ ਦੇ ਸਾਗਰ, ਸੱਤ ਨੇ, ਚੇਤਨ ਨੇ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਬਾ ਤੋਂ ਅਸੀਂ ਸੱਚੀ ਕਮਾਈ ਸੱਚਖੰਡ ਦੇ ਲਈ ਕਰ ਰਹੇ ਹਾਂ। ਝੂਠਖੰਡ ਵਿਨਾਸ਼ ਹੁੰਦਾ ਹੈ। ਦੇ ਸਹਿਤ ਇਹ ਸਭ ਵਿਨਾਸ਼ ਹੋਣਾ ਹੈ। ਤੁਸੀਂ ਸਭ ਦੇਖੋਗੇ ਕਿਵੇਂ ਲੜਾਈ ਲੱਗਦੀ ਹੈ। ਉਹ ਸਮਝਦੇ ਨੇ ਸਾਰੇ ਮਿਲ ਜਾਣ, ਪਰ ਫੂਟ ਪੈਂਦੀ ਰਹਿੰਦੀ ਹੈ। ਨਰ ਚਾਹਤ ਕੁਛ ਔਰ, ਭਈ ਔਰ ਕੀ ਔਰ। ਉਹਨਾਂ ਦਾ ਪਲਾਨ ਹੈ ਸਭ ਵਿਨਾਸ਼ ਦੇ ਲਈ। ਈਸ਼ਵਰ ਦਾ ਪਲਾਨ ਕੀ ਹੈ? ਸੋ ਹੁਣ ਤੁਸੀਂ ਜਾਣਦੇ ਹੋ। ਬਾਪ ਆਏ ਨੇ ਝੂਠਖੰਡ ਨੂੰ ਸੱਚਖੰਡ ਬਣਾਉਣ ਦੇ ਲਈ, ਮਨੁੱਖ ਨੂੰ ਦੇਵਤਾ ਬਣਾਉਣ ਦੇ ਲਈ। ਸੱਚ ਬਾਪ ਤੁਹਾਡਾ, ਤੁਸੀਂ ਸੱਚੇ ਬੰਦੇ ਹੋ। ਰਾਵਣ ਦੁਆਰਾ ਝੂਠੇ ਬੰਦੇ ਹੋ। ਬਾਪ ਹੀ ਸੱਚਾ ਗਿਆਨ ਦਿੰਦੇ ਨੇ। ਤੁਸੀਂ ਬ੍ਰਾਹਮਣਾਂ ਦਾ ਹੱਥ ਭਰਤੂ ਹੋਵੇਗਾ, ਬਾਕੀ ਸ਼ੂਦਰਾਂ ਦਾ ਹੱਥ ਖਾਲੀ ਰਹੇਗਾ। ਤੁਸੀਂ ਜਾਣਦੇ ਹੋ ਅਸੀਂ ਸੋ ਦੇਵੀ ਦੇਵਤਾ ਬਣਾਂਗੇ। ਹੁਣ ਬਾਪ ਸਿਰਫ ਕਹਿੰਦੇ ਨੇ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣੋ, ਮੈਨੂੰ ਯਾਦ ਕਰੋ। ਯਾਦ ਕਿਉਂ ਭੁੱਲਣੀ ਚਾਹੀਦੀ? ਜੋ ਬਾਪ ਸਵਰਗ ਦਾ ਮਾਲਿਕ ਬਣਾਉਂਦੇ, ਉਹਨਾਂ ਨੂੰ ਤੁਸੀਂ ਭੁੱਲ ਜਾਂਦੇ ਹੋ। ਇਹ ਹੈ ਨਈ ਗੱਲ। ਇਸ ਵਿੱਚ ਆਤਮ ਅਭਿਮਾਨੀ ਬਣਨਾ ਪਵੇ। ਆਤਮਾ ਤਾਂ ਅਵਿਨਾਸ਼ੀ ਹੈ, ਇੱਕ ਸਰੀਰ ਛੱਡ ਦੂਜਾ ਲੈਂਦੀ ਹੈ। ਬਾਪ ਕਹਿੰਦੇ ਨੇ ਦੇਹੀ ਅਭਿਮਾਨੀ ਬਣੋ, ਕਿਉਂਕਿ ਵਾਪਿਸ ਜਾਣਾ ਹੈ। ਦੇਹ ਦਾ ਭਾਨ ਛੱਡੋ। ਇਹ 84 ਜਨਮਾਂ ਦੀ ਸੜੀ ਹੋਈ ਜੁੱਤੀ ਹੈ। ਕੱਪੜਾ ਪਾਉਂਦੇ ਪਾਉਂਦੇ ਸੜ ਜਾਂਦਾ ਹੈ ਨਾ। ਤੁਹਾਨੂੰ ਵੀ ਇਹ ਪੁਰਾਣਾ ਸਰੀਰ ਛੱਡਣਾ ਹੈ। ਹੁਣ ਕਾਮ ਚਿਤਾ ਤੋਂ ਉਤਰ ਗਿਆਨ ਚਿਤਾ ਤੇ ਬੈਠੋ। ਬਹੁਤ ਨੇ ਜੋ ਵਿਕਾਰਾਂ ਬਿਗਰ ਰਹਿ ਨਹੀਂ ਸਕਦੇ। ਬਾਪ ਕਹਿੰਦੇ ਨੇ ਦੁਆਪਰ ਤੋਂ ਲੈ ਕੇ ਤੁਸੀਂ ਇਨ ਵਿਕਾਰਾਂ ਦੇ ਕਾਰਨ ਹੀ ਮਹਾਨ ਰੋਗੀ ਬਣ ਪਏ ਹੋ। ਹੁਣ ਇਹਨਾਂ ਵਿਕਾਰਾਂ ਨੂੰ ਜਿੱਤੋ। ਕਾਮ ਵਿਕਾਰ ਵਿੱਚ ਨਾ ਜਾਓ। ਇਹ ਸਰੀਰ ਤਾਂ ਅਪਵਿੱਤਰ ਪਤਿਤ ਹੈ ਨਾ, ਪਾਵਨ ਬਣੋ। ਇੱਥੇ ਸਾਰੇ ਵਿਕਾਰ ਤੋਂ ਪੈਦਾ ਹੁੰਦੇ ਨੇ। ਸਾਜੁਗ ਤ੍ਰੇਤਾ ਵਿੱਚ ਵਿਕਾਰ ਨਹੀਂ ਹੁੰਦੇ। ਉੱਥੇ ਵੀ ਇਹ ਹੋਣ, ਫਿਰ ਉਸ ਨੂੰ ਸਵਰਗ ਤੇ ਇਸ ਨੂੰ ਨਰਕ ਕਿਉਂ ਕਿਹਾ ਜਾਏ? ਬਾਪ ਕਹਿੰਦੇ ਨੇ ਸ਼ਾਸਤਰਾਂ ਵਿੱਚ ਕੋਈ ਏਮ ਆਬਜੈਕਟ ਨਹੀਂ ਹੈ। ਇੱਥੇ ਏਮ ਆਬਜੈਕਟ ਹੈ, ਲਕਸ਼ ਹੈ। ਹੁਣ ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਬਾਪ ਕਹਿੰਦੇ ਨੇ ਤੁਸੀਂ ਜੋ ਕੁਝ ਪੜ੍ਹਿਆ ਉਹਨੂੰ ਭੁੱਲੋ। ਉਸ ਵਿੱਚ ਕੋਈ ਸਾਰ ਨਹੀਂ ਹੈ। ਤੁਹਾਡੀ ਚੜ੍ਹਦੀ ਕਲਾ ਇੱਕ ਵਾਰ ਹੁੰਦੀ ਹੈ, ਫਿਰ ਇਹ ਉਤਰਦੀ ਕਲਾ। ਕਿੰਨਾ ਵੀ ਮੱਥਾ ਮਾਰੋ, ਥੱਲੇ ਉਤਰਨਾ ਹੀ ਹੈ, ਪਤਿਤ ਬਣਨਾ ਹੀ ਹੈ। ਇਹ ਛੀਛੀ ਦੁਨੀਆ ਹੈ। ਤੁਸੀਂ ਜਾਣਦੇ ਹੋ ਸਾਡਾ ਭਾਰਤ ਸਵਰਗ ਸੀ, ਹੁਣ ਨਰਕ ਹੈ।
ਪਹਿਲੇ ਆਦਿ ਸਨਾਤਨ ਦੇਵੀ ਦੇਵਤਾ ਇੱਕ ਹੀ ਧਰਮ ਸੀ ਜੋ ਹੁਣ ਨਹੀਂ ਹੈ। ਫਿਰ ਉਸ ਧਰਮ ਦੀ ਸਥਾਪਨਾ ਹੁੰਦੀ ਹੈ। ਬਾਪ ਫਿਰ ਤੋਂ ਬ੍ਰਹਮਾ ਦੁਆਰਾ ਆ ਕੇ ਸਥਾਪਨਾ ਕਰਦੇ ਨੇ। ਤੁਸੀਂ ਵੀ ਕਹੋਗੇ ਅਸੀਂ ਫਿਰ ਤੋਂ ਰਾਜ ਲੈਂਦੇ ਹਾਂ। ਰਾਜ ਲੈਣ ਤੋਂ ਬਾਅਦ ਇਹ ਨੌਲੇਜ ਗੁੰਮ ਹੋ ਜਾਵੇਗੀ। ਇਹ ਨੌਲੇਜ ਪਤਿਤਾਂ ਨੂੰ ਹੀ ਮਿਲਦੀ ਹੈ ਪਾਵਨ ਹੋਣ ਦੇ ਲਈ। ਫਿਰ ਪਾਵਨ ਦੁਨੀਆ ਦੀ ਨੌਲੇਜ ਕਿਉਂ ਰਹੇਗੀ? ਲਕਸ਼ਮੀ ਨਾਰਾਇਣ ਦੇ ਰਾਜ ਨੂੰ ਕਿੰਨੇ ਸਾਲ ਹੋਏ ਇਹ ਤੁਸੀਂ ਜਾਣਦੇ ਹੋ। ਕਹਿੰਦੇ ਹੋ ਬਾਬਾ ਅਸੀਂ 5000 ਵਰਸ਼ ਬਾਅਦ ਫਿਰ ਤੋਂ ਮਿਲਣ ਆਏ ਹਾਂ ਰਾਜ ਭਾਗ ਲੈਣ ਦੇ ਲਈ। ਅਸੀਂ ਆਤਮਾ ਬਾਪ ਦੇ ਬੱਚੇ ਹਾਂ। ਮਿਸਾਲ ਦਿੰਦੇ ਨੇ ਨਾ, ਇੱਕ ਆਦਮੀ ਕਹਿਣ ਲੱਗਿਆ ਮੈਂ ਭੈਂਸ ਹੂੰ ਭੈਂਸ ਹੂੰ। ਉਹ ਨਿਸ਼ਚੈ ਹੀ ਬੈਠ ਗਿਆ। ਕਹਿਣ ਲੱਗਿਆ ਇਸ ਦਰਵਾਜ਼ੇ ਤੋਂ ਕਿਵੇਂ ਨਿਕਲਾਂ, ਮੈਂ ਤਾਂ ਭੈਂਸ ਹਾਂ। ਇਹ ਗੱਲ ਹੈ ਤੁਹਾਡੇ ਲਈ। ਤੁਸੀਂ ਨਿਸ਼ਚੈ ਕਰਦੇ ਹੋ ਅਸੀਂ ਬਾਬਾ ਦੇ ਬੱਚੇ ਹਾਂ। ਐਵੇਂ ਨਹੀਂ ਕਿ ਮੈਂ ਚਤੁਰਭੁਜ ਹਾਂ ਕਹਿਣ ਨਾਲ ਹੀ ਬਣ ਜਾਓਗੇ। ਨਹੀਂ, ਬਣਾਉਣ ਵਾਲਾ ਜ਼ਰੂਰ ਚਾਹੀਦਾ ਹੈ। ਇਹ ਹੈ ਨਰ ਤੋਂ ਨਾਰਾਇਣ ਬਣਾਉਣ ਦੀ ਨੌਲੇਜ। ਜੋ ਚੰਗੀ ਤਰ੍ਹਾਂ ਧਾਰਨ ਕਰ ਕਰਾਂਗੇ ਉਹੀ ਉੱਚ ਪਦ ਪਾਉਣਗੇ। ਸਟੂਡੈਂਟ ਕਦੇ ਐਵੇਂ ਕਹਿ ਨਹੀਂ ਸਕਦੇ ਸਾਨੂੰ ਫੁਰਸਤ ਨਹੀਂ ਹੈ ਪੜ੍ਹਨ ਦੀ। ਫਿਰ ਤਾਂ ਜਾ ਕੇ ਘਰ ਬੈਠੋ। ਪੜ੍ਹਾਈ ਬਗੈਰ ਵਰਸਾ ਮਿਲ ਨਾ ਸਕੇ। ਗॉड ਫਾਦਰਲੀ ਸਟੂਡੈਂਟ ਫਿਰ ਕਹਿੰਦੇ ਨੇ ਫੁਰਸਤ ਨਹੀਂ। ਬਾਪ ਦਾ ਬਣ ਕੇ ਫਿਰ ਫਾਰਗਤੀ ਦੇ ਦਿੰਦੇ ਨੇ ਤਾਂ ਬਾਬਾ ਕਹਿਣਗੇ ਨਾ ਤੁਸੀਂ ਤਾਂ ਮਹਾਨ ਮੂਰਖ ਹੋ। ਇੱਕ ਘੜੀ ਅੱਧੀ ਦੀ ਵੀ ਪੁਨਾਦ ਤੁਹਾਨੂੰ ਫੁਰਸਤ ਹੀ ਨਹੀਂ। ਅੱਛਾ ਸਵੇਰੇ ਉੱਠ ਕੇ ਬੈਠ ਬਾਬਾ ਨੂੰ ਯਾਦ ਕਰੋ। ਕੋਈ ਆਪ ਦਾ ਬੋਝ ਸਿਰ ਤੇ ਨਹੀਂ ਪਾਉਂਦੇ। ਸਿਰਫ ਸਵੇਰੇ ਉੱਠ ਬਾਪ ਨੂੰ ਯਾਦ ਕਰੋ। ਸਵਦਰਸ਼ਨ ਚੱਕਰ ਫਿਰਾਓ। ਹੋਰਾਂ ਦਾ ਨਹੀਂ ਆਪਣਾ ਤਾਂ ਕਲਿਆਣ ਕਰੋ। ਰਹਿਮ ਦਿਲ ਬਣ ਜਿੰਨਾ ਹੋਰਾਂ ਦਾ ਕਲਿਆਣ ਕਰੋਗੇ ਉੱਚ ਪਦ ਪਾਓਗੇ। ਬੜੀ ਜ਼ਬਰਦਸਤ ਕਮਾਈ ਹੈ। ਜਿਨ੍ਹਾਂ ਕੋਲ ਬਹੁਤ ਧਨ ਨੇ ਉਹ ਕਹਿੰਦੇ ਨੇ ਫੁਰਸਤ ਨਹੀਂ। ਸਾਹੂਕਾਰਾਂ ਨੂੰ ਉੱਥੇ ਗਰੀਬ ਬਣਨਾ ਹੈ, ਗਰੀਬਾਂ ਨੂੰ ਸਾਹੂਕਾਰ ਬਣਨਾ ਹੈ। ਸਭ ਤੋਂ ਜ਼ਿਆਦਾ ਮਾਤਾਵਾਂ ਰੋਂਦੀਆਂ ਨੇ, ਉਹਨਾਂ ਨੂੰ ਹਸਾਨ ਵਾਲਾ ਬਣਨਾ ਹੈ। ਨਿਰੰਤਰ ਯਾਦ ਦੀ ਯਾਤਰਾ ਤੇ ਰਹਿਣਾ ਹੈ। ਮਧੂਬਨ ਵਿੱਚ ਸ਼ਾਂਤੀ ਹੈ ਤਾਂ ਬਹੁਤ ਕਮਾਈ ਕਰ ਸਕਦੇ ਹੋ। ਅੱਛਾ ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਸੱਚਖੰਡ ਦੇ ਲਈ ਸੱਚੀ ਕਮਾਈ ਕਰਨੀ ਹੈ। ਆਤਮ ਅਭਿਮਾਨੀ ਹੋ ਕੇ ਰਹਿਣਾ ਹੈ। ਇਹ ਸੜੀ ਹੋਈ ਜੁੱਤੀ ਯਾਨੀ ਸਰੀਰ ਦਾ ਅਭਿਮਾਨ ਛੱਡ ਦੇਣਾ ਹੈ। ਦੂਜਾ ਰਹਿਮ ਦਿਲ ਬਣ ਆਪਣਾ ਤੇ ਦੂਜਿਆਂ ਦਾ ਕਲਿਆਣ ਕਰਨਾ ਹੈ। ਸਵੇਰੇ ਸਵੇਰੇ ਉੱਠ ਬਾਪ ਨੂੰ ਯਾਦ ਕਰਦੇ ਸਵਦਰਸ਼ਨ ਚੱਕਰ ਫਿਰਾਉਣਾ ਹੈ। ਵਰਦਾਨ ਹੈ ਸ਼ੁਭ ਭਾਵਨਾ ਨਾਲ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰਨ ਵਾਲੇ ਹੋਲੀ ਹੰਸ ਭਵ। ਸ਼ੁਭ ਭਾਵਨਾ ਨਾਲ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰਨ ਵਾਲੇ ਹੋਲੀ ਹੰਸ ਭਵ। ਹੋਲੀ ਹੰਸ ਉਸ ਨੂੰ ਕਿਹਾ ਜਾਂਦਾ ਜੋ ਨੈਗੇਟਿਵ ਨੂੰ ਛੱਡ ਪੋਜ਼ਿਟਿਵ ਨੂੰ ਧਾਰਨ ਕਰੇ। ਦੇਖਦੇ ਹੋਏ ਸੁਣਦੇ ਹੋਏ ਨਾ ਦੇਖੇ ਨਾ ਸੁਣੇ। ਨੈਗੇਟਿਵ ਅਰਥਾਤ ਵਿਅਰਥ ਗੱਲਾਂ ਵਿਅਰਥ ਕਰਮ ਨਾ ਸੁਣੇ ਨਾ ਕਰੇ ਨਾ ਬੋਲੇ। ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰਦੇ। ਇਸ ਦੇ ਲਈ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ ਚਾਹੀਦੀ ਹੈ। ਸ਼ੁਭ ਭਾਵਨਾ ਨਾਲ ਪੁੱਠੀ ਗੱਲ ਵੀ ਸਿੱਧੀ ਹੋ ਜਾਂਦੀ ਹੈ। ਇਸ ਲਈ ਕੋਈ ਕਿਵੇਂ ਦਾ ਵੀ ਹੋਵੇ ਤੁਸੀਂ ਸ਼ੁਭ ਭਾਵਨਾ ਦਿਓ। ਸ਼ੁਭ ਭਾਵਨਾ ਪੱਥਰ ਨੂੰ ਵੀ ਪਾਣੀ ਕਰ ਦੇਵੇਗੀ। ਵਿਅਰਥ ਸਮਰਥ ਵਿੱਚ ਬਦਲ ਜਾਵੇਗਾ। ਸਲੋਗਨ ਹੈ ਅਤੀ ਇੰਦਰੀਏ ਸੁਖ ਦੀ ਅਨੁਭੂਤੀ ਕਰਨੀ ਹੈ ਤਾਂ ਸ਼ਾਂਤ ਸਵਰੂਪ ਸਥਿਤੀ ਵਿੱਚ ਸਥਿਤ ਰਹੋ।
ਅਤੀਂਦਰੀਏ ਸੁੱਖ ਦੀ ਅਨੁਭੂਤੀ ਕਰਨੀ ਹੈ ਤਾਂ ਸ਼ਾਂਤ ਸਵਰੂਪ ਸਥਿਤੀ ਵਿੱਚ ਸਥਿਤ ਰਹੋ। ਅੱਛਾ, ਓਮ ਸ਼ਾਂਤੀ।